ਲਾਸਟ ਆਪਾਂ ਜਿਹੜਾ ਕੀਤਾ ਸੀਗਾ ਉਹ 'ਚ ਆਪਾਂ ਸਿੰਪਲ ਹਾਰਮੋਨਿਕ ਮੋਸ਼ਨ ਦੀ ਡੈਫੀਨੇਸ਼ਨ ਐਕਸਪਲੇਨ ਕੀਤੀ ਸੀ ਬੇਟਾ ਕਿ ਸਿੰਪਲ ਹਾਰਮੋਨਿਕ ਮੋਸ਼ਨ ਇਜ਼ that motion in which vibrating or oscillating particle should have constant amplitude and should have कहना जी of single frequency। मतलब जे कोई बॉडी ऑसिलेट करे या कोई बॉडी वाइब्रेट करे ਤੇ ਪੁੱਤ ਉਸ ਔਸੀਲੇਟਿੰਗ ਤੇ ਵਾਈਬ੍ਰੇਟਿੰਗ ਬੋਡੀ ਦਾ ਜਿਹੜਾ ਵਾਈਬ੍ਰੇਟ ਕਰਨ ਦਾ ਐਂਪਲੀਟਿਊਡ ਆ ਉਹ ਫਿਕਸ ਹੋਏਗਾ। ਦੂਜਾ ਉਹਦੇ ਵਾਈਬ੍ਰੇਟ ਕਰਨ ਦੀ ਇੱਕ ਸਿੰਗਲ ਫ੍ਰੀਕੁਐਂਸੀ ਹੋਏਗੀ। ਇਹ ਦੋਨੋਂ ਦੇ ਦੋਨੋਂ ਵਰਡ ਲੈ ਕੇ ਕੱਲ ਆਪਾਂ ਰਾਤੀ ਆ ਇਕੁਏਸ਼ਨ ਲਿਖਦੇ ਪਏ ਸੀਗੇ y equal to a sin omega t। ਨੈਕਸਟ ਇੱਕ ਟੌਪਿਕ ਛੱਡ ਕੇ ਆਪਾਂ ਇਹਦੀ ਡੈਰੀਵੇਸ਼ਨ ਤੇ ਜਾਵਾਂਗੇ। ਠੀਕ ਹੈ ਜੀ, ਆ ਇਕੁਏਸ਼ਨ ਸਾइन ਦੀ ਫਾਰਮ ਚ ਜਾਂ ਆ ਇਕੁਏਸ਼ਨ cos ਦੀ ਫਾਰਮ ਚ ਦੋਨੇ ਲੈ ਕੇ ਚੱਲਾਂ। ਇਹ ਚ ਮੈਂ ਕਿਹਾ ਸੀ y ਔਰ x ਮੇਰੇ ਕੋਲ ਜਿਹੜੇ ਨੇ ਇੱਕ ਪਾਰਟੀਕਲ ਦੀ ਮੀਨ ਪੋਜੀਸ਼ਨ ਤੋਂ ਠੀਕ ਹੈ ਜੀ ਡਿਸਟੈਂਸ ਨੂੰ ਦੱਸਦੇ ਆ। ਆ ਜੇ ਮੇਰੇ ਕੋਲ ਪੈਨ ਨੂੰ ਮੈਂ ਮੀਨ ਪੋਜੀਸ਼ਨ ਗਿਣਾ ਔਰ ਆ ਮੇਰੀ ਬੋਡੀ ਵਾਈਬ੍ਰੇਟ ਕਰਦੀ ਪਈ ਇਸ ਮੀਨ ਦੇ ਅਬਾਊਟ ਇੱਥੇ ਇਤਾ ਇਸ ਵੇ ਨਾ ਇਹ ਬੋਡੀ ਇੱਥੇ ਵਾਈਬ੍ਰੇਟ ਕਰਦੀ ਪਈ ਆ। ਕਿਸੇ ਵੀ ਟਾਈਮ ਤੇ ਆ ਬੋਡੀ ਮੀਨ ਪੋਜੀਸ਼ਨ ਤੋਂ ਇਸ ਵੇਲੇ ਕਿੱਥੇ ਹੈਗੀ ਆ ਹਨਾ, ਇਹ ਮੀਨ ਪੋਜੀਸ਼ਨ ਤੋਂ ਕਿੰਨੇ ਡਿਸਟੈਂਸ ਤੇ ਆ, ਇਹ ਇਹਦੀ ਡਿਸਪਲੇਸਮੈਂਟ ਨੂੰ ਸ਼ੋ ਕਰਦੀ ਆ ਜਿਹੜੀ ਕਿ ਅਸੀਂ y ਜਾਂ x ਨਾਲ ਸ਼ੋ ਆਫ ਕਰਾਂਗੇ। यानी डिस्प्लेसमेंट किनू कहना पे डिस्टेंस ऑफ द पार्टिकल फ्रॉम इट्स मीन पोजीशन। डिस्प्लेसमेंट कदी भी असी जड़ी मान लो बॉडी एक्सट्रीम तो चली और मीन वाल आ रही है तो मैं कहां जी इस वे एक्सट्रीम तो 3 मीटर बॉडी आ गई मीन वाल। ठीक है, मान लो ਇਹਦਾ एंपलीट्यूड टोटल 5 मीटर आ। एंपलीट्यूड किनू कहने मैक्सिमम डिस्प्लेसमेंट नु मीन तो लैके एक्सट्रीम पोजीशन तक दा जिहड़ा डिस्टेंस आ ये मेरे को मेरी डिस्प्लेसमेंट एंपलीट्यूड आ। ठीक है, तो जे आ टर्म मेरी एंपलीट्यूड की वैल्यू आ ठीक है, तो जो पार्टिकल एक्सट्रीम तो यानी एंपलीट्यूड वाली पोजीशन तो इधरों 3 मीटर आया होवे टोटल इथों लैके एक्सट्रीम तक का गैप 5 मीटर होवे तो मैं ये नहीं कहूँगा आ 3 मीटर डिस्प्लेसमेंट आ। डिस्प्लेसमेंट इथों लैके इथे तक यानी 2 मीटर होएगी। क्या आ गल समझ लगी? yes sir Yes, sir. यानी जे आ मेरे को ਆਪਾਂ ਇਸ ਲਾਈਨ ਤੇ ਚੱਲੀਏ ਤੇ ਆਪਾਂ ਕਿਹਾ ਸੀ ਜੀ ਆ O ਤੋਂ ਲੈ ਕੇ B ਤੱਕ ਜਿਹੜੀ ਬਾਡੀ ਦੀ ਮੈਕਸਿਮਮ ਡਿਸਪਲੇਸਮੈਂਟ ਆ ਇਹ ਐਂਪਲੀਟਿਊਡ ਆ। ਠੀਕ ਹੈ, ਤੇ ਜੇ ਪਾਰਟੀਕਲ ਕਿਸੇ ਵੀ ਟਾਈਮ ਤੇ C ਪੋਜੀਸ਼ਨ ਤੇ ਆ ਔਰ ਮੰਨ ਲਓ ਬਾਡੀ B ਤੋਂ ਆਂਦੀ ਪਈ ਵਾਪਸ ਠੀਕ ਹੈ, ਤਾਂ ਅਸੀਂ ਆ ਨਹੀਂ ਕਹਾਂਗੇ ਕਿ ਆ ਡਿਸਪਲੇਸਮੈਂਟ ਆ। ਡਿਸਪਲੇਸਮੈਂਟ ਆ ਨਹੀਂ ਹੋਏਗੀ, ਡਿਸਪਲੇਸਮੈਂਟ ਹਮੇਸ਼ਾ ਹੀ ਮੀਨ ਤੋਂ ਲੈ ਕੇ ਉਸ ਪੋਜੀਸ਼ਨ ਤੱਕ ਆਏਗੀ ਭਾਵੇਂ ਪੋਜ਼ਿਟਿਵ ਸਾਈਡ ਲਵਾਂ ਭਾਵੇਂ ਨੈਗੇਟਿਵ ਸਾਈਡ ਤੇ ਉੱਤੇ ਲਵਾਂ। क्या डिस्प्लेसमेंट वाला वर्ड क्लियर है बच्चे? Yes, sir. और yes ए sir ਆਪਾਂ ਕਿਹਾ ਸੀਗਾ ਉਹਦਾ ਐਂਪਲੀਟਿਊਡ ਆ ਯਾਨੀ O ਤੋਂ ਲੈ ਕੇ A ਤੱਕ ਜਾਂ O ਤੋਂ ਲੈ ਕੇ B ਤੱਕ ਜਿਹੜੀ ਮੈਕਸਿਮਮ ਡਿਸਪਲੇਸਮੈਂਟ ਆ ਉਹ ਐਂਪਲੀਟਿਊਡ ਆ। ਔਰ sin ओमेगा t ਤੇ cos ओमेगा t ਜਿਹਦੀ ਮੈਂ ਮੈਕਸਿਮਮ ਵੈਲਿਊ ਲਵਾਂ ਪੋਜ਼ਿਟਿਵ ਜਾਂ 네ਗੇਟਿਵ ਉਹ 1 ਵਾ। ਇਸ ਨਾਲ ਜੇ ਆ ਚੀਜ਼ ਮੇਰੀ 1 ਹੋ ਜਾਵੇ ਜਿਹੜੀ ਕਿ sin ਤੇ cos ਦੀ ਮੈਕਸਿਮਮ ਵੈਲਿਊ ਆ ਤੇ ਉਦੋਂ y ਜਾਂ x ਮੇਰਾ a ਦੇ ਬਰਾਬਰ ਆ ਜਾਂਦਾ। ਇਹਦਾ ਮਤਲਬ ਇਹ ਹੋਏਗਾ ਡਿਸਪਲੇਸਮੈਂਟ ਦੀ ਵੈਲਿਊ ਵੱਧ ਤੋਂ ਵੱਧ ਐਂਪਲੀਟਿਊਡ ਦੇ ਇਕੁਅਲ ਹੋ ਸਕਦੀ ਆ। ਕਿਸੇ ਵੀ ਟਾਈਮ ਤੇ ਡਿਸਪਲੇਸਮੈਂਟ ਜਿਹੜੀ ਆ ਉਹ ਐਂਪਲੀਟਿਊਡ ਤੋਂ ਜ਼ਿਆਦਾ ਨਹੀਂ ਹੋਏਗੀ। ਇੰਨੀ ਗੱਲ ਕਲੀਅਰ ਆ? yes sir Yes, sir. ਉਸ ਤੋਂ ਬਾਅਦ ਆਪਾਂ ਕਿਹਾ ਸੀ ਇਹ ਚ ਓਮੇਗਾ ਜਿਹੜਾ ਵਾ ਇਹ ਐਂਗੂਲਰ ਫ੍ਰੀਕੁਐਂਸੀ ਨੂੰ ਕਹਿੰਦੇ ਆ। ठीक है, ओमेगा मेरे को एंगुलर फ्रीक्वेंसी नु जिहदा फार्मूला 2 पाई बाय t यानी 2 पाई बाय टाइम पीरियड ठीक है या 2 पाई म्यू टाइम पीरियड दे रेसिप्रोकल नु फ्रीक्वेंसी क्या ਇਹਦਾ मतलब ओमेगा ਜਿਹੜਾ ਹੋਏਗਾ ਇਹਦੀ ਵੈਲਿਊ ਫਿਕਸ ਰਹਿਣੀ ਆ, ਇਹ ਚੇਂਜ ਨਹੀਂ ਹੋਏਗੀ ਕਿਉਂਕਿ ਨਾ ਤਾਂ ਵਾਈਬ੍ਰੇਟਿੰਗ ਬਾਡੀ ਦਾ ਟਾਈਮ ਪੀਰੀਅਡ ਨਾ ਵਾਈਬ੍ਰੇਟਿੰਗ ਬਾਡੀ ਦੀ ਅਸੀਂ ਕਹਿੰਦੇ ਫ੍ਰੀਕੁਐਂਸੀ ਚੇਂਜ ਹੁੰਦੀ। ਇਹਦਾ मतलब ਜੇ ਸਿੰਗਲ ਫ੍ਰੀਕੁਐਂਸੀ ਬਣੀ ਰਹੇਗੀ मतलब बॉडी 10 ऑसिलेशन पर सेकंड कर दिया ते थ्रू आउट द मोशन होदियां 10 ऑसिलेशन पर सेकंड ही हो रही ते फिर ਇਹਦਾ मतलब दी फ्रीक्वेंसी नहीं चेंज हो रही ਤੇ ਫਿਰ ਉਦੋਂ ਜਿਹੜੀ ਮੋਸ਼ਨ ਆਂਦੀ ਆ ਅਸੀਂ ਉਹਨੂੰ SHM ਮੋਸ਼ਨ ਜਾਂ ਸਿੰਪਲ ਹਾਰਮੋਨਿਕ ਮੋਸ਼ਨ ਕਹਿੰਦੇ ਆ। क्या ਇਹਨਾਂ ਵਰਡ ਕਲੀਅਰ ਆ? yes sir Yes, sir. yes sir ਲਾਸਟ ਵਰਡ ਕਹਿੰਦਾ ਜੀ ਸਮਾਲ ਟੀ ਜਿਹਨੂੰ ਅਸੀਂ ਇਨਸਟੈਂਟੇਨੀਅਸ ਟਾਈਮ ਕਵਾਂਗੇ ਉਸ ਮੌਕੇ ਦਾ ਟਾਈਮ ਜਦੋਂ ਤੁਸੀਂ ਪਾਰਟੀਕਲ ਦੀ ਪੋਜੀਸ਼ਨ ਦੇਖਣ ਲੱਗੇ ਹੋ। ਆ ਪੈਂਡੂਲਮ ਔਸੀਲੇਟ ਕਰਦਾ ਪਿਆ ਸੀ, ਇਹਨੇ ਆਪਣੇ ਇੱਥੋਂ ਚੱਲ ਕੇ A ਤੋਂ B ਔਰ B ਤੋਂ A ਤੱਕ ਆਉਣ ਨੂੰ ਮੰਨ ਲਓ 2 ਸੈਕਿੰਡ ਲੈਣੇ ਸੀ
तो ਅਸੀਂ ਕਹੀਏ ਜੀ 1.2 ਸੈਕਿੰਡ ਬਾਅਦ ਪੈਂਡੂਲਮ ਮੇਰਾ ਆ ਕਿਸੇ ਪੁਆਇੰਟ ਤੇ ਆ ਕਿਸੇ ਪੁਆਇੰਟ ਤੇ ਆ, ਫਿਰ ਇੱਥੇ ਜਿਹੜਾ ਉਹਨੇ ਐਂਗਲ ਬਣਾਇਆ ਹੋਏਗਾ, ਜੇ ਮੈਂ ਇਸ ਨੂੰ ਮੇਜਰ ਕਰਨਾ ਤੇ ਇੱਥੇ t ਦੀ ਵੈਲਿਊ ਪੁੱਟ ਅਪ ਕਰਾਂਗਾ, ਓਮੇਗਾ ਦੀ ਫਿਕਸ ਵੈਲਿਊ ਮੈਨੂੰ ਪਤਾ ਹੋਏਗੀ, ਆ ਸੋਲਵ ਕਰੂੰਗਾ, ਇਹ ਸਾइन ਦਾ ਜਾਂ cos ਦਾ ਐਂਗਲ ਬਣ ਜੂ। Yes, sir. ਕਿਉਂਕਿ ਸਾइन Yes, ਤੋਂ sir. ਬਾਅਦ ਜਾਂ cos ਤੋਂ ਬਾਅਦ ਥੀਟਾ ਲਿਖਿਆ ਹੁੰਦਾ ਨਾ ਬੇਟਾ, ਉਹ ਐਂਗਲ ਆ। ਇਹਦਾ ਮਤਲਬ ਔਰ ਅਗਲੀ ਟਰਮ ਜਿਹੜੀ ਹੁਣ ਸਮਝਾਉਣ ਲੱਗਿਆ, ਇਹ ਇੰਪੋਰਟੈਂਟ ਟਰਮ ਆ, ਇਸ ਟਰਮ ਦਾ ਨਾਮ ਲਿਖਾਂ, ਤੈਨੂੰ ਅਸੀਂ ਕਹਿੰਦੇ ਜੀ ਫੇਜ਼ ਕੀ ਹੁੰਦਾ, ਫੇਜ਼ ਕੀ ਹੁੰਦਾ, ਔਰ ਦੂਜਾ ਵਰਡ ਆ ਜਾਏਗਾ ਫੇਜ਼ ਡਿਫਰੈਂਸ ਕੀ ਆ। ਹੁਣ ਆ ਦੋ ਟਰਮ ਆਪਾਂ ਸਮਝਣੀਆਂ ਵਾ, ਠੀਕ ਹੈ ਜੀ, ਫੇਜ਼ ਤੇ ਫੇਜ਼ ਡਿਫਰੈਂਸ ਕੀ ਆ। ਕਹਿੰਦਾ ਪੁੱਤ ਫੇਜ਼ ਅਸੀਂ ਜਿਹੜਾ ਵਰਡ ਲਿਖਾਂਗੇ, ਇਹ ਓਮੇਗਾ ਟੀ ਯਾਨੀ ਜਿਹੜਾ ਸਾइन ਤੇ cos ਨਾਲ ਐਂਗਲ ਲੱਗਿਆ ਨਾ, ਇਹਨੂੰ ਅਸੀਂ ਫੇਜ਼ ਕਹਿੰਦੇ ਆ। ਤੇ ਕਿਸੇ ਵੀ ਟਾਈਮ ਤੇ ਫੇਜ਼ ਦੀ ਜੇ ਮੈਂ ਡੈਫੀਨੇਸ਼ਨ ਚ ਚੱਲਾਂ ਪਹਿਲੋਂ, ਤੁਸੀਂ ਕਹਿੰਦੇ ਜੀ ਫੇਜ਼ ਆਫ ਏ oscillating, ਫੇਜ਼ ਆਫ ਐਨ oscillating or phase of a vibrating particle always describe about the position and direction, it always describe about the position and direction of a oscillating or vibrating particle। ਕਿਸੇ ਵੀ ਇਨਸਟੈਂਟ ਤੇ ਜਿਹੜਾ ਪਾਰਟੀਕਲ ਵਾਈਬ੍ਰੇਟ ਕਰ ਰਿਹਾ ਜਾਂ oscillate ਕਰਦਾ ਪਿਆ, ਉਹ ਇਸ ਵੇਲੇ ਹੈ ਕਿੱਥੇ ਆ, ਉਹ ਇਸ ਵੇਲੇ ਐਕਸਟ੍ਰੀਮ ਦੀ ਥਾਂ ਤੇ ਐਕਸਟ੍ਰੀਮ ਤੇ ਆ ਕਿ ਮੀਨ ਤੇ ਆ ਕਿ ਉਹਦੇ ਵਿੱਚ ਪੋਜ਼ਿਟਿਵ ਸਾਈਡ ਤੇ ਆ ਕਿ ਉਹਦੇ ਨੈਗੇਟਿਵ ਸਾਈਡ ਤੇ ਆ, ਉਹਦੀ ਪੋਜੀਸ਼ਨ ਕੀ ਆ, ਔਰ ਉਸ ਵੇਲੇ ਉਸ ਥਾਂ ਤੋਂ ਉਹ ਕਹਿੰਦਾ ਜੀ ਕਿਸ ਡਾਇਰੈਕਸ਼ਨ ਚ ਜਾਊਗਾ। ਇਹਨਾਂ ਦੋ ਚੀਜ਼ਾਂ ਦੀ ਇਨਫੋਰਮੇਸ਼ਨ, ਇੱਕ oscillating ਪਾਰਟੀਕਲ ਦੀ ਪੋਜੀਸ਼ਨ ਔਰ ਇੱਕ oscillating ਪਾਰਟੀਕਲ ਦੀ ਡਾਇਰੈਕਸ਼ਨ, ਇਹਨਾਂ ਦੋ ਚੀਜ਼ਾਂ ਨੂੰ ਸਪੈਸੀਫਾਈ ਕਰਨ ਵਾਲੀ ਟਰਮ ਦਾ ਨਾਮ ਜਿਹੜਾ ਉਹ ਫੇਜ਼ ਆ। ਯਾਨੀ ਫੇਜ਼ ਅਸੀਂ ਐਂਗਲ ਨੂੰ ਕਵਾਂਗੇ ਇਸ ਇਕੁਏਸ਼ਨ ਦੇ ਅੰਦਰ। ਆ ਜਿਹੜਾ ਓਮੇਗਾ ਟੀ ਹੋਏਗਾ, ਇਹਨੂੰ ਅਸੀਂ ਨਾਮ ਦੇਣਾ ਸੀ, ਕਹਿੰਦੇ ਜੀ ਇਹ ਫੇਜ਼ ਐਂਗਲ ਆ, ਇਹ ਫੇਜ਼ ਆ ਜੀ ਮੇਰੇ ਕੋਲ ਇਕੁਏਸ਼ਨ ਦਾ, ਠੀਕ ਹੈ। ਇਦਾਂ ਆ cos ਨਾਲ ਵੀ ਮੇਰੇ ਕੋਲ ਉਹਦਾ ਫੇਜ਼ ਆ। ਉਹ ਕਹਿੰਦਾ ਜੀ ਫੇਜ਼ ਦੱਸਦਾ ਕੀ ਆ, ਤੇ ਅਸੀਂ ਉਹੀ ਲਾਈਨ ਤੋਂ ਫਿਰ ਦੁਬਾਰਾ ਆ ਰਹੇ ਹਾਂ ਕਿ ਜਦੋਂ ਮੇਰੇ ਕੋਲ ਟਾਈਮ ਪੀਰੀਅਡ ਦੀ ਵੈਲਿਊ 2 ਸੈਕਿੰਡ ਆ, ਇਹਦਾ ਮਤਲਬ ਇਹਦੇ ਅੰਦਰ ਮੇਰੇ ਕੋਲ ਜਿਹੜਾ ਓਮੇਗਾ ਚ ਲਿਖਿਆ ਹੋਇਆ, ਆਪਾਂ ਇਦਾਂ ਕਰ ਰਹੇ ਕਿ ਵੀ ਜਿਹੜੀ ਆ ਇਕੁਏਸ਼ਨ ਆ ਗਈ y = a sin ਓਮੇਗਾ ਟੀ, ਠੀਕ ਹੈ, ਦੂਜੀ ਬਾਅਦ ਚੋਂ ਲਿਖ ਦਾਂਗਾ, ਤੇ ਇਹਦੇ ਵਿੱਚ ਓਮੇਗਾ ਦੀ ਥਾਂ ਤੇ ਜੇ ਮੈਂ ਲਿਖ ਲਵਾਂ a sin 2π/t into t। ਹੁਣ ਆਪਾਂ ਜੇ ਇਹ ਕਹਿਣਾ ਕਿ ਵੀ ਫੇਜ਼ ਕੀ ਚੀਜ਼ ਆ, ਜੇ ਆਪਾਂ ਇਹ ਮੰਨਦੇ ਪਏ ਕਿ ਵੀ ਆਪਣੇ ਕੋਲ ਜਿਹੜੀ ਗਿਵਨ ਬਾਡੀ oscillate ਕਰਦੀ ਆ, ਜਿਹਨੂੰ ਮੈਂ ਨਾਮ ਦਵਾਂ ਉਹ ਪੈਂਡੂਲਮ ਆ, ਠੀਕ ਹੈ, ਤੇ ਪੈਂਡੂਲਮ ਦਾ ਟਾਈਮ ਪੀਰੀਅਡ 2 ਸੈਕਿੰਡ ਆ। ਇੱਥੇ ਇੱਕ ਵਰਡ ਹੋਰ ਐਡ ਕਰ ਰਹੇ ਆ, ਜਿਹੜੇ ਪੈਂਡੂਲਮ ਕਲੌਕ ਹੁੰਦੀਆਂ, ਅਸੀਂ ਕਹਿੰਦੇ ਜੀ ਉਹਨਾਂ ਨੂੰ ਪੈਂਡੂਲਮ ਕਲੌਕਸ ਨੂੰ ਅਸੀਂ ਸੈਕਿੰਡ ਪੈਂਡੂਲਮ ਕਹਿੰਦੇ ਆ। ਸੈਕਿੰਡ ਪੈਂਡੂਲਮ ਦਾ ਮਤਲਬ ਜਿਹੜਾ ਹੁੰਦਾ ਕਿ ਅਸੀਂ ਕਹਿੰਦੇ ਉਹਦਾ ਟਾਈਮ ਪੀਰੀਅਡ ਫਿਕਸ ਹੁੰਦਾ, it always complete its one oscillation in 2 second। ਇਹਦਾ ਮਤਲਬ ਆ t ਦੀ ਵੈਲਿਊ ਜਿਹੜੀ ਆ, ਜੇ ਕਿਸੇ ਪੈਂਡੂਲਮ ਵਾਸਤੇ 2 ਸੈਕਿੰਡ ਆ, ਤੇ ਅਸੀਂ ਉਹਨਾਂ ਪੈਂਡੂਲਮ ਨੂੰ ਸੈਕਿੰਡਸ ਪੈਂਡੂਲਮ ਕਹਿੰਦੇ ਆ। ਇਹਨਾਂ ਵਰਡ ਸਮਝ ਲੱਗਿਆ? Yes, sir. Yes, sir. ਔਰ ਜਿਹੜਾ ਮੇਰਾ ਇਸ ਵੇਲੇ ਬਾਡੀ ਦੇ oscillate ਜਾਂ ਵਾਈਬ੍ਰੇਟ ਕਰਨ ਦਾ ਐਂਪਲੀਟਿਊਡ ਆ, ਉਹ ਮੰਨ ਲਓ 5 ਮੀਟਰ ਆ, ਠੀਕ ਹੈ। ਤੇ ਜੇ ਹੁਣ ਮੈਂ ਤੁਹਾਨੂੰ ਆ ਪੁੱਛਾਂ ਕਿ ਜਦੋਂ ਟਾਈਮ ਦੀ ਵੈਲਿਊ 1 ਸੈਕਿੰਡ ਆ, ਬਾਡੀ ਦੱਸੋ ਜੀ ਉਸ ਵੇਲੇ ਕਿੱਥੇ ਹੋਏਗੀ, ਤੇ ਉਸ ਤੋਂ ਬਾਅਦ ਉਹਨੇ ਕਿੱਧਰ ਨੂੰ ਜਾਣਾ। ਤੇ ਆਪਾਂ ਆ ਸਾਰੀਆਂ ਚੀਜ਼ਾਂ ਜੇ ਚ ਪੁੱਟ ਅਪ ਕਰਕੇ ਚੱਲੀਏ, y ਦੀ ਵੈਲਿਊ 5 sin 2π/t, ਟਾਈਮ ਦੀ ਵੈਲਿਊ ਨੂੰ ਕਹਿੰਦਾ ਜੀ ਅਸਲ ਜੇ ਆਪਾਂ 2 ਪੁੱਟ ਅਪ ਕੀਤਾ, ਆ ਟਾਈਮ ਆਪਾਂ 1 ਮੰਨਿਆ, ਇਹਨੂੰ ਸੋਲਵ ਕਰ ਲਾਂ ਤੇ y ਦੀ ਵੈਲਿਊ 5 sin, ਠੀਕ ਹੈ, ਮੇਰੇ ਕੋਲ ਐਸਾ ਚ 22/7 ਆ ਗਈ, ਠੀਕ ਹੈ। ਆਪਾਂ 22/7 ਦੀ ਥਾਂ ਤੇ ਇਹਨੂੰ ਪਾਈ ਹੀ ਪੜ ਲੈਂਦੇ ਆ। ਹੁਣ ਜਿਹੜਾ ਪਾਈ ਆ, ਇਹ ਮੇਰੇ ਕੋਲ ਐਸਾ ਚ 180 ਡਿਗਰੀ ਐਂਗਲ ਆ, ਹਨਾ। ਜੇ ਪਾਈ ਰੇਡੀਅਨ ਨੂੰ ਡਿਗਰੀ ਚ ਬਦਲਣਾ ਹੋਵੇ, ਤੁਸੀਂ ਕਹਿੰਦੇ ਜੀ ਪਾਈ ਰੇਡੀਅਨ ਦੀ ਵੈਲਿਊ 180 ਡਿਗਰੀ ਹੁੰਦੀ ਆ। ਇਹਦਾ ਮਤਲਬ ਇਸ ਵੇਲੇ ਸਾइन 180 ਡਿਗਰੀ ਬਣਿਆ। ਤੇ ਜੇ ਆ ਕਵਾਂ ਆ ਬਾਡੀ ਮੇਰੀ ਮੇਨ ਪੋਜੀਸ਼ਨ, ਆ ਦੋ ਉਹਦੀਆਂ ਐਕਸਟ੍ਰੀਮ ਪੋਜੀਸ਼ਨ, ਬਾਡੀ ਇਸ ਵੇਲੇ ਮੰਨ ਲਓ ਮੈਂ ਇਹਨੂੰ ਖਿੱਚ ਕੇ ਇੱਥੇ A ਤੱਕ ਲੈ ਕੇ ਗਿਆ ਸੀ ਜਦੋਂ ਮੈਂ ਰਿਲੀਜ਼ ਕੀਤਾ, ਠੀਕ ਹੈ, ਜਾਂ ਇਦਾਂ ਕਹਿ ਦੋ ਬਾਡੀ ਮੀਨ ਤੋਂ ਚੱਲੀ ਆ, ਜਦੋਂ ਬਾਡੀ ਮੀਨ ਤੋਂ ਚੱਲੀ ਇਸ ਐਕਸਟ੍ਰੀਮ ਤੱਕ ਗਈ, ਠੀਕ ਹੈ ਜੀ, 1/4 ਵਾਈਬ੍ਰੇਸ਼ਨ ਪੂਰੀ ਹੋਈ, 2/4 3/4 ਐਂਡ 4/4। ਇਹਦਾ ਮਤਲਬ ਇਹ ਹੋ ਗਿਆ ਜੇ ਐਂਗਲ 180 ਡਿਗਰੀ ਆ,
ਤੇ ਬੋਡੀ ਮੇਰੀ ਉਸ ਮੂਵਮੈਂਟ ਤੇ sin 180 ਦੀ ਵੈਲਿਊ sin 0 ਵਾਲੀ ਹੁੰਦੀ ਆ, sin 0 0 ਹੁੰਦਾ ਵਾ, ਤੇ ਇਹਦਾ ਮਤਲਬ y ਦੀ ਵੈਲਿਊ ਲਵਾਂ ਤੇ 5 into 0 ਯਾਨੀ 0 ਆ ਗਿਆ। Yes, sir. y ਕਿਹਦਾ ਸਿੰਬਲ ਸੀਗਾ? Displacement. ਡਿਸਪਲੇਸਮੈਂਟ ਫਰਮ ਦਾ ਮੀਨ ਪੋਜੀਸ਼ਨ। ਤੁਹਾਡੀ ਡਿਸਪਲੇਸਮੈਂਟ ਕਿੰਨੀ ਆਈ ਆ? 0 0। ਔਰ 0 ਡਿਸਪਲੇਸਮੈਂਟ ਦਾ ਮਤਲਬ ਬੋਡੀ ਮੀਨ ਪੋਜੀਸ਼ਨ ਤੇ ਹੋਏਗੀ, ਕਿਉਂਕਿ ਡਿਸਪਲੇਸਮੈਂਟ ਮੀਨ ਤੋਂ ਗਿਣਦੇ ਆ। ਇਹਦਾ ਮਤਲਬ ਮੈਨੂੰ ਇੱਕ ਚੀਜ਼ ਮਿਲੀ ਕਿ ਵੀ ਜਦੋਂ ਬੋਡੀ ਮੇਰੀ ਮੀਨ ਤੋਂ ਚੱਲੀ ਆ, ਜਦੋਂ ਬੋਡੀ ਮੇਰੀ ਮੀਨ ਤੋਂ ਚੱਲੀ ਆ ਹਨਾ, ਮੀਨ ਤੋਂ ਚੱਲ ਕੇ ਇੱਥੇ ਤੱਕ ਗਈ ਹੋ 1/4 ਵਾਈਬ੍ਰੇਸ਼ਨ। ਐਂਗਲ ਦੀ ਫਾਰਮ ਚ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ 1/4 ਵਾਈਬ੍ਰੇਸ਼ਨ ਜਿਹੜੀ ਆ ਉਹਨੂੰ 90, 2/4 ਨੂੰ 180, 3/4 ਨੂੰ 270 ਤੇ 4/4 ਨੂੰ ਅਸੀਂ ਜਿਹੜਾ ਵਾ 360 ਕਹਿੰਦੇ ਆ। ਇੰਨੀ ਗੱਲ ਸਮਝ ਲੱਗਦੀ ਵੀ ਜੋ ਬੋਲ ਰਿਹਾ? yes sir Yes, sir. ਹੋਈ ਕਿ ਵੀ ਮੈਨੂੰ ਇਹ ਪਤਾ ਲੱਗ ਰਿਹਾ ਕਿ ਵੀ ਇੱਥੇ ਐਂਗਲ ਦੀ ਵੈਲਿਊ ਜਿਹੜੀ ਆ ਉਹ ਸੋਲਵ ਕਰਕੇ ਮੈਨੂੰ ਪਾਰਟੀਕਲ ਦੀ ਲੋਕੇਸ਼ਨ ਮਿਲਦੀ ਪਈ ਆ ਕਿ ਵੀ ਜਦੋਂ t ਦੀ ਵੈਲਿਊ 0 ਹੋਏਗੀ, ਜੇ ਪਹਿਲਾਂ ਆਪਾਂ t ਦੀ ਵੈਲਿਊ ਨੂੰ ਜੇ t1 ਨੂੰ ਮੈਂ 0 ਪੁੱਟ ਅਪ ਕਰਾਂ ਤੇ ਜਦੋਂ t ਨੂੰ 0 ਪੁੱਟ ਅਪ ਕਰਾਂਗਾ ਉਦੋਂ ਵੀ sin 0 ਬਣਿਆ। sin 0 0 ਹੁੰਦਾ, ਇਹਦਾ ਮਤਲਬ y ਦੀ ਵੈਲਿਊ 0 ਆਈ। y 0 ਦਾ ਮਤਲਬ ਉਦੋਂ ਵੀ ਬੋਡੀ ਮੀਨ ਪੋਜੀਸ਼ਨ ਤੇ ਆ। ਇਹਨਾਂ 0 ਸੈਕਿੰਡ ਤੇ ਬੋਡੀ ਮੀਨ ਪੋਜੀਸ਼ਨ ਤੇ, ਫਿਰ ਦੂਜੀ ਵਾਰੀ ਜਦੋਂ ਟਾਈਮ ਦੀ ਵੈਲਿਊ 1 ਸੈਕਿੰਡ ਭਰੀ ਉਦੋਂ ਬੋਡੀ ਫੇਰ ਮੀਨ ਪੋਜੀਸ਼ਨ ਤੇ ਆ। ਪਰ ਜੇ ਮੈਂ ਹੁਣ ਇਸ ਤੋਂ ਬਾਅਦ ਟਾਈਮ ਦੀ ਵੈਲਿਊ ਠੀਕ ਹੈ ਜੀ 1.2 ਸੈਕਿੰਡ ਭਰ ਲਵਾਂ, 1.2 ਸੈਕਿੰਡ ਭਰ ਲਵਾਂ ਤੇ ਇੱਥੇ ਵੈਲਿਊ ਬਣਾਵਾਂ 1.2 ਤੇ ਹੁਣ ਜਿਹੜੀ ਵੈਲਿਊ ਬਣੀ ਉਹ ਮੇਰੇ ਕੋਲ ਐਸਐਚ 1.2 ਪਾਈ ਆ ਜਾਊ। ਠੀਕ ਹੈ, ਉਹ ਮੇਰੇ ਕੋਲ 1.2 ਪਾਈ ਆ ਜਾਊ ਤੇ ਇਹਦਾ ਮਤਲਬ ਮੇਰੇ ਕੋਲ ਜਿਹੜਾ ਐਂਗਲ ਬਣਿਆ, ਜੇ ਮੈਂ 1.2 ਪਾਈ ਦੇ ਹਿਸਾਬ ਨਾਲ ਕਹਾਂ 1 ਪਾਈ ਆ ਤੇ ਐਂਗਲ 180 ਡਿਗਰੀ ਆ, ਤੇ ਜੇ 1.2 ਪਾਈ ਆ ਤੇ ਐਂਗਲ 180 into 1.2 ਠੀਕ ਹੈ ਜੀ into ਪਾਈ ਓਵਰ ਕਹਿੰਦਾ ਜੀ ਮੇਰੇ ਕੋਲ 1 ਪਾਈ, ਪਾਈ ਕੱਟ ਲਓ ਤੇ ਮਲ 1.2 into 180 ਤੇ ਆ ਜਿਹੜੀ ਵੈਲਿਊ ਬਣੂ ਇਹ ਮੋਰ ਦੈਨ 180 ਆ ਜਾਊ। Yes, sir. ਤੇ ਜੇ ਆ ਵੈਲਿਊ ਮੋਰ ਤੇ ਇਹ ਚੀਜ਼ਾਂ ਹੁਣ ਮੈਡੀਕਲ ਵਾਲੇ ਜਿਹੜੇ ਵਿੱਚ ਬੈਠੇ ਹੋਣਗੇ ਉਹ ਧਿਆਨ ਨਾਲ ਸਮਝਦੇ ਚੱਲਿਓ, ਕਿਉਂਕਿ ਨਾਨ ਮੈਡੀਕਲ ਵਾਲੇ ਨੇ ਕਿਤੇ ਨਾ ਕਿਤੇ ਪੜ ਲੈਣੀਆਂ ਚੀਜ਼ਾਂ। ਠੀਕ ਹੈ, ਹੁਣ ਜਿਹੜਾ ਐਂਗਲ ਬਣਦਾ ਪਿਆ ਉਹ ਮੋਰ ਦੈਨ 180 ਬਣਿਆ। ਲੈਟ ਵੀ ਸੇ ਕਿ ਉਹ ਐਂਗਲ ਦੀ ਵੈਲਿਊ ਮੇਰੀ 197 ਹੋ ਗਈ, ਕੁਝ ਵੀ ਲਿਖ ਦਿਓ। ਹੁਣ ਆਪਾਂ ਜੇ ਇੱਥੇ ਚੱਲੀਏ ਆ ਆਪਾਂ ਚਾਰ ਕੁਆਡਰੈਂਟ ਡਿਵਾਈਡ ਕਰਦੇ ਆ, ਆਪਾਂ ਐਸਐਚ ਇਹਨੂੰ ਐਂਗਲ ਦੀ ਫਾਰਮ ਚ ਚਾਰ ਕੁਆਡਰੈਂਟ ਬਣਾ ਦਿੰਦੇ 0 to 90, 90 to 180, 180 to 270 ਤੇ 270 to 360। ਇਹਦੇ ਅਕੋਰਡਿੰਗਲੀ ਅਸੀਂ ਕੀ ਡਿਫਾਈਨ ਕਰਦੇ, ਜੇ ਐਂਗਲ ਦੀ ਵੈਲਿਊ 0 ਤੋਂ 90 ਦੇ ਵਿੱਚ ਆ ਫਿਰ ਸਾਈਨ ਵੀ cos ਵੀ tan ਵੀ all ਐਂਗਲ ਉਹ ਪੋਜ਼ਿਟਿਵ ਆ। ਜੇ ਮੇਰੇ ਕੋਲ ਆਪਾਂ ਇੱਥੇ ਪਹੁੰਚ ਜਾਂਦੇ ਕਹਿੰਦਾ ਜੀ ਸਾਈਨ ਦੀ ਵੈਲਿਊ ਪੋਜ਼ਿਟਿਵ ਆ, ਮਤਲਬ ਐਂਗਲ 90 ਤੋਂ ਜ਼ਿਆਦਾ ਤੇ 180 ਤੋਂ ਛੋਟਾ ਫਿਰ ਸਾਈਨ ਪੋਜ਼ਿਟਿਵ ਆ। ਜੇ ਮੈਂ ਐਸਐਚ 180 ਤੋਂ ਜ਼ਿਆਦਾ ਐਂਗਲ ਹੋਏਗਾ ਤੇ 270 ਤੋਂ ਘੱਟ ਹੋਏਗਾ ਤੇ ਅਸੀਂ ਕਹਿੰਦੇ ਜੀ ਸਾਈਨ ਦੀ ਵੈਲਿਊ ਨੈਗੇਟਿਵ ਆ। ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. sir ਇਹਨੂੰ ਅਸੀਂ ਜਰਨਲ ਇਦਾਂ ਪੜ੍ਹ ਲੈਂਦੇ all school to college ਜਾਂ add sugar to coffee ਯਾਦ ਰੱਖਣ ਦਾ ਮੈਥਡ ਬਣਾ ਲਿਆ। ਇਹਦਾ ਮਤਲਬ ਇਸ ਵੇਲੇ ਤੁਹਾਡਾ ਐਂਗਲ ਜਿਹੜਾ ਥਰਡ ਕੁਆਡਰੈਂਟ ਦੇ ਵਿੱਚ ਤੁਰਦਾ ਪਿਆ ਤੇ ਉੱਥੇ ਐਂਗਲ ਦੀ ਵੈਲਿਊ ਮੇਰੀ ਜਿਹੜੀ ਆਣੀ ਆ ਜਿੰਨੇ ਇੱਥੇ ਮੈਂ ਸਾਈਨ ਦੀ ਵੈਲਿਊ ਲਵਾਂਗਾ ਇਹ ਮਤਲਬ ਸਾਈਨ 1.2 ਪਾਈ ਦੀ ਵੈਲਿਊ ਮੇਰੇ ਕੋਲ ਨੈਗੇਟਿਵ ਚ ਆਏਗੀ। ਨੈਗੇਟਿਵ ਦਾ ਮਤਲਬ ਮੰਨ ਲਓ ਇੱਥੇ ਜਦੋਂ ਇਹਨੂੰ ਮੈਂ ਸੋਲਵ ਕਰਾਂ ਤੇ ਆ ਸਾਰੀ ਚੀਜ਼ ਦੀ ਵੈਲਿਊ ਜਿਹੜੀ ਆ -2.1 ਮੀਟਰ ਆ ਜਾਵੇ। ਇਹ ਤੋਂ ਮੈਨੂੰ ਦੋ ਚੀਜ਼ਾਂ ਮਿਲੀਆਂ, ਇੱਕ ਮੈਨੂੰ ਇਹ ਪਤਾ ਲੱਗਿਆ ਕਿ ਵੀ ਮੇਰਾ ਇਸ ਵੇਲੇ ਪਾਰਟੀਕਲ ਜਿਹੜਾ ਉਹ ਆ ਨੈਗੇਟਿਵ ਸਾਈਡ ਦੇ ਵਿੱਚ ਕਿਤੇ ਲੱਭੂਗਾ। ਠੀਕ ਹੈ, ਮਾਈਨਸ ਦਾ ਮਤਲਬ ਤੁਸੀਂ origin ਤੋਂ ਨੈਗੇਟਿਵ ਸਾਈਡ ਦੇ ਵਿੱਚ ਕਿਤੇ ਹੋ। ਦੂਜਾ ਕਿੰਨੇ ਡਿਸਟੈਂਸ ਤੇ ਉਹ ਪਤਾ ਲੱਗਿਆ। ਇਹ ਮਤਲਬ ਇੱਕ ਤਾਂ ਮੈਨੂੰ ਡਾਇਰੈਕਸ਼ਨ ਮਿਲੀ, ਔਰ ਦੂਜਾ ਮੈਨੂੰ ਉਹਦੀ ਪੋਜੀਸ਼ਨ ਮਿਲੀ। ਠੀਕ ਹੈ, ਸੋ ਜੇ ਪਾਰਟੀਕਲ ਮੇਰਾ ਆ ਕਿਸੇ ਥਾਂ ਤੇ ਉਸ ਵੇਲੇ ਲੋਕੇਟ ਹੁੰਦਾ ਹੋਵੇ ਕਿ ਵੀ ਆ ਥਾਂ ਤੇ 2.1 ਮੀਟਰ ਤੇ ਪਾਰਟੀਕਲ ਲੱਭਦਾ ਪਿਆ, ਇਹਦਾ ਮਤਲਬ ਮੈਨੂੰ ਇਹ ਪਤਾ ਲੱਗ ਰਿਹਾ ਕਿ ਪਾਰਟੀਕਲ ਮੀਨ ਤੋਂ ਇਸ ਵੇਲੇ ਹੈ ਕਿੱਥੇ ਆ ਤੇ ਕਿਸ ਡਾਇਰੈਕਸ਼ਨ ਚ ਹੈਗਾ। ਇਹਨਾਂ ਦੋ ਚੀਜ਼ਾਂ ਦੀ ਇਨਫੋਰਮੇਸ਼ਨ ਕਨਵੇ ਕਰਨ ਵਾਲੀ ਟਰਮ ਨੂੰ ਠੀਕ ਹੈ ਜੀ ਅਸੀਂ ਐਸਐਚ ਕਹਿੰਦੇ ਕਿ ਇਹ ਮੇਰੇ ਕੋਲ ਫੇਜ਼ ਹੋਏਗਾ। ਇਹ ਆਟ ਮੇਰੀ ਫੇਜ਼ ਨੂੰ ਡਿਫਾਈਨ ਕਰਦੀ। क्या ਇਹ ਵਰਡ ਸਮਝ ਆਇਆ? Yes, sir.
Yes, sir. Yes, sir. Yes, sir. ਔਰ ਸੁਸਤੀ ਨਾ ਪਾਈਓ, ਬਾਰ-ਬਾਰ ਕਹਿ ਰਿਹਾ ਚੀਜ਼ਾਂ ਤੁਹਾਡੇ ਸਮਝਣ ਵਾਲੀਆਂ ਹੈਗੀਆਂ। ਅਗਲਾ ਵਰਡ ਮੈਂ ਇਹਦੇ ਨਾਲ ਲਿਖਿਆ ਸੀਗਾ ਜਿਹਨੂੰ ਆਪਾਂ ਕਹਿੰਦੇ ਪਏ ਕਿ ਵੀ ਫੇਜ਼ ਡਿਫਰੈਂਸ। ਕਹਿੰਦਾ ਜੀ ਫੇਜ਼ ਡਿਫਰੈਂਸ ਕੀ ਹੋਏਗਾ? ਫੇਜ਼ ਕਿਸੇ ਵੀ ਇੱਕ ਔਸੀਲੇਟਿੰਗ ਜਾਂ ਵਾਈਬ੍ਰੇਟਿੰਗ ਪਾਰਟੀਕਲ ਦੀ ਕਿਸੇ ਵੀ ਟਾਈਮ ਤੇ ਪੋਜੀਸ਼ਨ ਤੇ ਉਹਦੀ ਡਾਇਰੈਕਸ਼ਨ ਨੂੰ ਸਪੈਸੀਫਾਈ ਕਰਦਾ। ਤੇ ਜੇ ਮੈਂ ਫੇਜ਼ ਡਿਫਰੈਂਸ ਕਵਾਂ ਤੇ ਆਪਣੇ ਆਪ ਚ ਡਿਫਰੈਂਸ ਦਾ ਮਤਲਬ ਕਿਸੇ ਨਾਲ ਕੰਪੈਰੀਜ਼ਨ ਕਰਨਾ ਵਾ। ਤੇ ਇਹਦੀ ਡੈਫੀਨੇਸ਼ਨ ਚ ਵਰਡ ਅਸੀਂ ਦਿੰਨੇ lack of coordination between the two oscillating or vibrating particle at a given instant। ਕਿਸੇ ਇੱਕ ਗਿਵਨ ਇਨਸਟੈਂਟ ਤੇ ਜੇ ਤੁਹਾਡੇ ਕੋਲ ਦੋ ਔਸੀਲੇਟ ਕਰਨ ਵਾਲੇ ਪੈਂਡੂਲਮ ਆ ਜਾਂ ਦੋ ਵਾਈਬ੍ਰੇਟ ਕਰਨ ਵਾਲੀ ਬੋਡੀਜ਼ ਨੇ, ਉਹਨਾਂ ਦਾ ਆਪਸ ਦੇ ਵਿੱਚ ਕਿਆ ਪੋਜੀਸ਼ਨ ਦਾ ਕਹਿੰਦਾ ਜੀ ਤੇ ਕਿਆ ਡਾਇਰੈਕਸ਼ਨ ਦਾ ਡਿਫਰੈਂਸ ਬਣ ਗਿਆ। ਮੇਰੇ ਕੋਲ ਦੋ ਪੈਂਡੂਲਮ ਆ, ਆਪਾਂ ਇਦਾਂ ਸਮਝਾਉਂਦੇ ਸੀ ਇਹਨੂੰ, ਮੇਰੇ ਕੋਲ ਦੋ ਪੈਂਡੂਲਮ ਆ, ਇੱਕੋ ਟਾਈਮ ਤੇ ਮੈਂ ਇੱਕੋ ਥਾਂ ਤੋਂ ਛੱਡਣ ਲੱਗਿਆ, ਪਰ ਇੱਕ ਪੈਂਡੂਲਮ ਬੜੀ ਫਾਸਟ ਮੂਵ ਕਰ ਗਿਆ, ਠੀਕ ਹੈ ਜੀ, ਇੱਕ ਸਲੋ ਕਰ ਗਿਆ। ਇਹਦਾ ਮਤਲਬ ਹੈ ਇਹ ਜਦੋਂ ਸ਼ੁਰੂ ਚ ਇੱਕੋ ਟਾਈਮ ਤੇ ਛੱਡੇ ਸੀ, ਮੰਨ ਲਓ ਹੁਣ ਮੈਂ ਇਹ ਕਹਾਂ ਜੀ 1 ਸੈਕਿੰਡ ਬਾਅਦ ਮੈਂ ਦੋਨਾਂ ਦੀ ਲੋਕੇਸ਼ਨ ਦੇਖਣੀ ਹੋਵੇ ਤੇ ਲੈਟ ਵੀ ਸੇ ਕਿ ਇੱਕ ਪੈਂਡੂਲਮ ਆਪਣੀ ਐਕਸਟ੍ਰੀਮ ਤੋਂ ਇੱਥੇ ਕੀ ਆਇਆ ਹਜੇ ਤੇ ਦੂਜਾ ਆਪਣੀ ਐਕਸਟ੍ਰੀਮ ਤੋਂ ਮੀਨ ਤੇ ਆ ਗਿਆ। ਇਹਦਾ ਮਤਲਬ ਇਹਨਾਂ ਦੋਨਾਂ ਦੀ ਪੋਜੀਸ਼ਨ ਦਾ ਡਿਫਰੈਂਸ ਕੀ ਆ, ਠੀਕ ਹੈ, ਇਹਨਾਂ ਦੋ ਔਸੀਲੇਟਿੰਗ ਬਾਡੀਜ਼ ਦਾ, ਦੋ ਵਾਈਬ੍ਰੇਟਿੰਗ ਪਾਰਟੀਕਲਸ ਦਾ ਡਿਫਰੈਂਸ ਕੀ ਆ। ਆ ਦੋ ਪਾਰਟੀਕਲ ਇੱਕੋ ਥਾਂ ਤੋਂ ਚੱਲੇ, ਠੀਕ ਹੈ ਜੀ, ਇੱਕ ਪੋਜ਼ਿਟਿਵ ਸਾਈਡ ਨੇ ਇੱਕ ਨੈਗੇਟਿਵ ਵੱਲ, ਠੀਕ ਹੈ। 1 ਸੈਕਿੰਡ ਬਾਅਦ ਮੈਂ ਇਹਨਾਂ ਦੀ ਪੋਜੀਸ਼ਨ ਦਾ ਡਿਫਰੈਂਸ ਦੇਖਣਾ ਹੋਵੇ, 2 ਸੈਕਿੰਡ ਬਾਅਦ ਪੋਜੀਸ਼ਨ ਦਾ ਡਿਫਰੈਂਸ ਦੇਖਣਾ ਹੋਵੇ ਤੇ ਇੱਕ ਦੂਜੇ ਦੇ ਰਿਸਪੈਕਟਿਵਲੀ ਇਹਨਾਂ ਦੀ ਪੋਜੀਸ਼ਨ ਦਾ ਡਿਫਰੈਂਸ ਦੱਸਣ ਵਾਲੀ ਟਰਮ ਜਿਹੜੀ ਆ ਉਹਨੂੰ ਅਸੀਂ ਫੇਜ਼ ਡਿਫਰੈਂਸ ਕਹਿੰਦੇ ਆ। ਇਹਦਾ ਮਤਲਬ ਫੇਜ਼ ਡਿਫਰੈਂਸ ਵੀ ਇਦਾਂ ਦੀਆਂ ਮੇਰੇ ਕੋਲ ਦੋ ਇਕੁਏਸ਼ਨਾਂ ਹੋਣਗੀਆਂ। ਆਪਾਂ ਜੇ ਆ ਗਈ ਇੱਕ ਬਾਡੀ ਦੀ ਇਕੁਏਸ਼ਨ ਅਸੀਂ ਲਿਖ ਦਿੱਤੀ a sin omega t ਔਰ ਦੂਜੇ ਪਾਰਟੀਕਲ ਦੀ ਇਕੁਏਸ਼ਨ ਲਿਖ ਦਿੱਤੀ a cos omega t, ਤੇ ਇਹ ਪੁੱਛਾਂ ਕਿ ਕਿਆ ਇਹਨਾਂ ਦੋਨਾਂ ਵਾਈਬ੍ਰੇਟਿੰਗ ਬਾਡੀ ਦੀ ਪੋਜੀਸ਼ਨ ਦੇ ਵਿੱਚ, ਠੀਕ ਹੈ ਜੀ, ਮੇਰੇ ਕੋਲ ਕੋਈ ਡਿਫਰੈਂਸ ਹੈਗਾ? ਐਂਗਲ ਇਹਦਾ ਵੀ ਓਮੇਗਾ ਟੀ ਆ, ਐਂਗਲ ਇਹਦਾ ਵੀ ਓਮੇਗਾ ਟੀ ਆ, ਕਿਆ ਇਹਨਾਂ ਦੋਨਾਂ 'ਚ ਕੋਈ ਫੇਜ਼ ਡਿਫਰੈਂਸ ਹੈ? No, sir. ਹੋਰ ਕੋਈ? ਮੈਂ ਸਾਰਿਆਂ ਨੂੰ ਪੁੱਛਿਆ ਵਾ। No, sir. ਕਿਉਂਕਿ ਦੋਨਾਂ ਦੇ ਐਂਗਲ ਓਮੇਗਾ ਟੀ ਲਿਖੇ ਆ, ਇਸ ਲਈ ਫੇਜ਼ ਡਿਫਰੈਂਸ ਤਾਂ ਕੋਈ ਨਹੀਂ ਹੋਏਗਾ। Yes, sir. Yes, sir. ਦੋ ਬੱਚਿਆਂ ਨੇ ਪਹਿਲਾਂ ਰਿਸਪੌਂਡ ਕੀਤਾ, ਦੋਵਾਂ ਨੇ ਹੁਣ ਕਿਹਾ, ਬਾਕੀ ਸੁੱਤੇ ਪਏ ਆ। Yes. Yes, sir. ਮੈਂ ਨਾ ਰਿਕਾਰਡਿੰਗ ਆਫ ਕਰਕੇ ਤੇ ਕੈਮਰੇ ਕਰਾ ਦਨੇ ਆਨ ਹੋਣੀ। ਹੁਣ ਜੇ ਦੋਨਾਂ ਨੂੰ ਕੰਪੇਅਰ ਕਰਨਾ ਤੇ ਜੇ ਆਪਾਂ ਟਾਈਮ ਦੀ ਵੈਲਿਊ 0 ਪੁੱਟ ਅਪ ਕਰਕੇ ਕਰਨ ਲੱਗੇ, ਇਹ ਚ ਟੀ ਦੀ ਵੈਲਿਊ 0 ਪੁੱਟ ਅਪ ਕਰਾਂ ਤੇ ਸਾਈਨ 0 ਬਣ ਜਾਣਾ। ਸਾਈਨ 0 ਡਿਗਰੀ ਦੀ ਵੈਲਿਊ 0 ਹੁੰਦੀ, ਤੇ ਜੇ ਸਾਈਨ 0 ਹੋਇਆ ਤੇ a into 0 ਯਾਨੀ y1 0 ਆਇਆ। ਜਦ ਕਿ ਐਟ ਦਾ ਸੇਮ ਟਾਈਮ ਜੇ ਮੈਂ y2 ਕੱਢਣਾ ਹੋਵੇ, ਇੱਥੇ t 0 ਕਰਕੇ 90 plus 0 ਬਣਿਆ, ਯਾਨੀ ਐਂਗਲ sin 90 ਆ ਗਿਆ। sin 90 ਦੀ ਵੈਲਿਊ 1 ਆ ਗਈ, ਇਹਦਾ ਮਤਲਬ y ਦੀ ਵੈਲਿਊ ਮੇਰੇ ਕੋਲ plus a ਆ ਗਈ, ਠੀਕ ਹੈ ਜੀ, ਕਿਉਂਕਿ ਇਸ ਵੇਲੇ sin 90 plus 1 ਆ, ਇਸ ਲਈ y2 ਦੀ ਵੈਲਿਊ a ਆਈ। ਹੁਣ ਜੇ ਇਹਨੂੰ ਆਪਾਂ ਐਸ ਚ ਇੱਥੇ ਸੋਚ ਕੇ ਚੱਲੀਏ ਤਾਂ ਆਪਾਂ ਇੱਥੇ ਵਰਡ ਦੇਣਾ ਹੋਵੇ, ਇਹਦਾ ਮਤਲਬ ਜੇ ਪਹਿਲੇ ਪਾਰਟੀਕਲ ਦੀ ਡਿਸਪਲੇਸਮੈਂਟ 0 ਆ, ਇਹਦਾ ਮਤਲਬ ਉਹ ਪਾਰਟੀਕਲ ਮੀਨ ਪੋਜੀਸ਼ਨ ਤੇ ਹੋਏਗਾ, ਤੇ ਦੂਜੇ ਪਾਰਟੀਕਲ ਦੀ ਉਦੋਂ ਡਿਸਪਲੇਸਮੈਂਟ ਪਲੱਸ a ਦਾ ਮਤਲਬ ਆ ਬਾਡੀ ਮੇਰੀ ਜਿਹੜੀ ਆ ਉਹ ਆਪਣੀ ਇਸ ਐਕਸਟ੍ਰੀਮ ਪੋਜੀਸ਼ਨ ਤੇ ਹੋਊਗੀ। ਇਹਦਾ ਮਤਲਬ ਇੱਕੋ ਟਾਈਮ ਤੇ ਜਦੋਂ ਦੋ ਵਾਈਬ੍ਰੇਟਿੰਗ ਪਾਰਟੀਕਲ ਵਾਈਬ੍ਰੇਟ ਕਰਨਾ ਸ਼ੁਰੂ ਹੋਏ ਤੇ 0 ਸੈਕਿੰਡ ਤੇ ਮੈਂ ਨੋਟ ਕੀਤਾ ਇੱਕ ਪਾਰਟੀਕਲ ਆਪਣੀ ਮੀਨ ਪੋਜੀਸ਼ਨ ਤੋਂ ਮੋਸ਼ਨ ਸ਼ੁਰੂ ਕਰ ਰਿਹਾ, ਦੂਜਾ ਪਾਰਟੀਕਲ ਆਪਣੀ ਐਕਸਟ੍ਰੀਮ ਤੋਂ ਮੋਸ਼ਨ ਸ਼ੁਰੂ ਕਰ ਰਿਹਾ, ਤੇ ਇਹਦਾ ਮਤਲਬ ਇਹਨਾਂ ਚ ਆਲਰੇਡੀ ਮੇਰੇ ਕੋਲ 90 ਡਿਗਰੀ ਦਾ ਫੇਜ਼ ਡਿਫਰੈਂਸ ਆ। क्या इन्नी गल समझ लग रही? Yes, sir. चल Yes, sir. Yes, sir. करांगा इसे जिन्हों कंटिन्यू करांगा। ਆਪਾਂ ਟਾਈਮ ਦੀਆਂ ਜਿਹੜੀਆਂ ਵੈਲਿਊਜ਼ ਨੇ ਨਾ, ਆਪਾਂ ਟਾਈਮ ਪੀਰੀਅਡ ਦੀ ਫਾਰਮ ਚ ਕਹਿਣਾ ਹੋਵੇ, time taken to complete one oscillation या time taken to complete one vibration is called as
ਇੱਕ oscillation ਤੇ ਇੱਕ ਵਾਈਬ੍ਰੇਸ਼ਨ ਨੂੰ ਪੂਰਾ ਕਰਨ ਲਈ ਜਿੰਨਾ ਟਾਈਮ ਲੱਗਦਾ ਉਹਨੂੰ ਕੀ ਕਹੀਦਾ ਸੀ? Time Period. ਟਾਈਮ ਪੀਰੀਅਡ। ਠੀਕ ਹੈ ਜੀ, ਔਰ ਟਾਈਮ ਪੀਰੀਅਡ ਨੂੰ ਅਸੀਂ ਕੈਪੀਟਲ ਟੀ ਨਾਲ ਲਿਖਦੇ ਪਏ। ਤੇ ਜੇ ਇੱਥੋਂ ਲੈ ਕੇ ਬਾਡੀ ਇੱਥੇ ਤੱਕ ਜਾਂਦੀ ਹੋਵੇ, ਉਹਨੇ ਕਿੰਨੀ oscillation ਪੂਰੀ ਕੀਤੀ ਹੋ? half ਮੀਨ ਤੋਂ 1/4. ਐਕਸਟ੍ਰੀਮ ਤੱਕ ਗਈ, 1/4 ਹੋਈ, ਹਾਫ ਨਹੀਂ ਹੋਈ। ਮੀਨ ਐਕਸਟ੍ਰੀਮ ਤੋਂ ਵਾਪਸ ਮੀਨ ਤੇ ਆਇਆ, 1/4 ਹੋਰ ਪਲੱਸ ਹੋ ਗਈ, 2/4 ਹੋ ਗਈ, 3/4 ਹੋ ਗਈ, ਵਾਪਸ 4/4 ਹੋ ਗਈ। ਇਹੀ ਚੀਜ਼ ਨੂੰ ਜੇ ਮੈਂ ਟਾਈਮ ਪੀਰੀਅਡ ਚ ਤੋੜਨਾ ਹੋਵੇ ਤੇ ਅਸੀਂ ਕਹਿੰਦੇ ਜੀ ਜਦੋਂ ਬਾਡੀ ਮੀਨ ਤੇ ਹੈ ਟਾਈਮ ਦੀ ਵੈਲਿਊ 0 ਆ। ਠੀਕ ਹੈ ਜੀ, ਜਦੋਂ ਬਾਡੀ ਮੀਨ ਤੋਂ ਐਕਸਟ੍ਰੀਮ ਤੇ ਆ ਗਈ ਟਾਈਮ ਦੀ ਵੈਲਿਊ t/4 ਆ। ਠੀਕ ਹੈ ਜੀ, 1/4 ਆਫ ਟਾਈਮ ਪੀਰੀਅਡ ਦੇ ਬਰਾਬਰ ਟਾਈਮ ਲੱਗ ਚੁੱਕਾ ਹੋਏਗਾ। ਜਦੋਂ ਬਾਡੀ ਵਾਪਸ ਇਸੇ ਥਾਂ ਤੇ ਆ ਜਾਏਗੀ ਅਸੀਂ ਕਹਿੰਦੇ ਜੀ ਉਸ ਮੂਮੈਂਟ ਤੇ 2/4 ਆਫ t ਆ ਜਾਏਗਾ। ਜਦੋਂ ਬਾਡੀ ਇਸ ਐਕਸਟ੍ਰੀਮ ਤੇ ਆਏਗੀ 3/4 ਆਫ t ਆ ਜਾਏਗਾ। वापस इतने आएगी तो 4/4 ऑफ t आ जाएगा। क्या आज चीज समझ आई? yes sir yes sir इस टाइम नो लिख लवा, ਇਹਦਾ ਮੈਂ ਟਾਈਮ ਦੀ ਵੈਲਿਊ 0 t/4 t/2 3t/4 ਤੇ ਮੇਰੇ ਕੋਲ ਜਿਹੜਾ t ਆ ਗਿਆ। ਆ ਟਾਈਮ ਦੀਆਂ ਡਿਫਰੈਂਟ ਵੈਲਿਊਜ਼ ਬਣੀਆਂ। yes sir Yes, sir. yes sir ਜੋ ਕੋਈ ਵੀ ਟਾਈਮ ਦੀ ਵੈਲਿਊ ਲੈ ਕੇ ਆ ਦੁਬਾਰਾ ਇਹਨਾਂ ਦੋਨਾਂ ਦੀ ਵੈਲਿਊ ਕੱਢਣੀ ਹੋਵੇ, ਆਪਾਂ ਹੁਣ ਆ ਪੁੱਟ ਕਰਨ ਲੱਗੇ, ਪੁੱਟ t = t/4। ਜਦੋਂ ਟਾਈਮ ਦੀ ਵੈਲਿਊ ਮੇਰੇ ਕੋਲ t/4 ਯਾਨੀ 1/4 ਆਫ ਵਾਈਬ੍ਰੇਸ਼ਨ ਦੇ ਬਰਾਬਰ ਦਾ ਟਾਈਮ ਲੱਗ ਚੁੱਕਾ ਹੋਏਗਾ ਤੇ ਉਦੋਂ ਮੈਂ y1 ਕੱਢਣਾ ਹੋਵੇ a sin। ਹੁਣ ਗੱਲ ਦਿਮਾਗ 'ਚ ਰੱਖਿਓ, ਜਦੋਂ ਵੀ ਸਮਾਲ t ਨੂੰ ਕੈਪੀਟਲ T 'ਚ ਪੁੱਟ ਕਰਨਾ ਵਾ, ਓਮੇਗਾ ਦੀ ਥਾਂ ਤੇ ਵੀ ਉਹਦੀ ਵੈਲਿਊ 2π/t ਨਾਲ ਹੀ ਭਰ ਦਾਂਗੇ। ओमेगा की थां ते भर दियो 2π/t इनटू स्मॉल t की थां ते भर दांगा t/4। क्या गल समझ आई? Yes, sir. Yes, sir. yes sir t कैंसल कर लो, इथे इनु सॉल्व कर लो ते y1 की वैल्यू आ गई a sin π/2। ठीक है, ते जे मैं हुन यही सेम चीज आ वाली टर्म च भी पुट अप करा ते इथे भी ओमेगा t सॉल्व करके π/2 आना। 90 ਦਾ ਮਤਲਬ π/2 ਪਹਿਲੋਂ ਪਿਆ। ਇਹਦਾ ਮਤਲਬ ਜਿਹੜਾ ਇੱਥੇ ਟੋਟਲ ਐਂਗਲ ਬਣਿਆ ਮੇਰੇ ਕੋਲ y2 ਵਾਸਤੇ ਇਹ sin 90 ਦੀ ਥਾਂ ਤੇ ਇਹਨੂੰ π/2 ਪੜਦਾ ਪਿਆ। ਠੀਕ ਹੈ ਜੀ, π/2 ਪਲੱਸ ओमेगा t ਸੋਲਵ ਕਰਕੇ π/2 ਆਇਆ। ਹੁਣੇ ਆਪਾਂ ਸੋਲਵ ਕਰਕੇ ਦੇਖਿਆ, ਯਾਨੀ ਪਲੱਸ π/2 ਤੇ ਆ ਟਰਮ ਸੋਲਵ ਕਰਾਂ ਤੇ ਮੇਰੇ ਕੋਲ 2π/2 2 ਕੱਟ ਕੇ sin π ਆ ਗਿਆ। ਇਹਦਾ ਮਤਲਬ y2 ਦੀ ਵੈਲਿਊ a sin π ਬਣ ਗਈ। sin π ਕਿੰਨਾ ਹੋਇਆ ਜੀ? 0. ਬਿਲਕੁਲ, sin π sin 180 ਡਿਗਰੀ ਨੂੰ ਕਹਿੰਦੇ sin 180 ਦੀ ਵੈਲਿਊ 0 ਹੁੰਦੀ। ਇਹਦਾ ਮਤਲਬ ਮੇਰੇ ਕੋਲ ਜੇ sin 0 ਆਇਆ ਤੇ y2 0 ਆ ਗਿਆ। Yes, sir. ਅੱਗੇ ਆਪਣੇ ਕੋਲ ਕੀ ਸੀਗਾ, y1 0 ਸੀ ਤੇ y2 ਆਪਣਾ a ਦੇ ਬਰਾਬਰ ਸੀ। ਜੇ ਹੁਣ ਦੇਖੀਏ ਤੇ t/4 ਤੋਂ ਬਾਅਦ ਯਾਨੀ ਜਦੋਂ ਇੱਕ ਬਾਡੀ ਇਥੋਂ ਮੀਨ ਤੋਂ ਐਕਸਟ੍ਰੀਮ ਵੱਲ ਚੱਲੀ ਸੀ, ਦੂਜੀ ਬਾਡੀ ਐਕਸਟ੍ਰੀਮ ਤੋਂ ਮੀਨ ਵੱਲ ਚੱਲੀ ਸੀ, ਤੇ ਹੁਣ ਹੋਇਆ ਇਹ t/4 ਟਾਈਮ ਤੋਂ ਬਾਅਦ ਫਰਸਟ ਬਾਡੀ ਮੇਰੀ ਜਿਹੜੀ ਆ sin π/2 ਨੂੰ 1 ਭਰ ਲਵਾਂ ਤੇ y1 a ਬਣ ਗਿਆ। ਇਹਦਾ ਮਤਲਬ ਆ ਮੀਨ ਤੋਂ ਚੱਲਣ ਵਾਲੀ ਬਾਡੀ ਐਕਸਟ੍ਰੀਮ ਤੇ ਪਹੁੰਚ ਚੁੱਕੀ ਹੋਊਗੀ ਔਰ ਜਿਹੜੀ ਐਕਸਟ੍ਰੀਮ ਤੋਂ ਚੱਲੀ ਸੀ ਉਹ ਮੀਨ ਤੇ ਆ ਗਈ। ਇਹਦਾ ਮਤਲਬ ਇਹਨਾਂ ਸਟਿਲ ਇਹਨਾਂ ਦੋਨਾਂ ਦੇ ਵਿੱਚ ਹੁਣ ਵੀ ਮੇਰੇ ਕੋਲ ਜਿਹੜਾ ਵਾ ਹਨਾ ਉਹ 90 ਡਿਗਰੀ ਦਾ ਡਿਫਰੈਂਸ ਆ, ਕਿਉਂਕਿ ਇੱਥੇ π/2 ਐਂਗਲ ਆ, ਇੱਥੇ ਮੇਰੇ ਕੋਲ π ਆ, ਯਾਨੀ π/2 ਪਲੱਸ π/2। ਠੀਕ ਆ, ਇਹਦਾ ਮਤਲਬ ਸਟਿਲ ਇਹਨਾਂ ਦੋਨਾਂ ਬਾਡੀ ਦੇ ਅੰਦਰ ਮੇਰੇ ਕੋਲ ਜਿਹੜਾ ਵਾ ਉਹ 90 ਡਿਗਰੀ ਦਾ ਫਰਕ ਹੈਗਾ। yes sir क्या आप Yes, sir. ਸਾਰਿਆਂ ਨੂੰ ਸਮਝ ਲੱਗੀ ਜੋ ਦਸੀ ਮੈਂ? Yes, sir. yes sir yes sir ਇਹਦਾ ਮਤਲਬ ਇਹ ਹੋ ਗਿਆ, ਹੁਣ ਆਪਾਂ ਇਸੇ ਲਾਈਨ ਨੂੰ ਬੋਲਣਾ ਹੋਵੇ ਤਾਂ ਆਪਾਂ ਇਦਾਂ ਕਵਾਂਗੇ y2 is ahead of the y1 by a phase difference of π/2। ਯਾਨੀ y1 ਤੇ y2 ਦੇ ਵਿੱਚ ਇਸ ਵੇਲੇ 90 ਡਿਗਰੀ ਦਾ ਫੇਜ਼ ਡਿਫਰੈਂਸ ਆ ਔਰ ਉਹਨਾਂ ਦੋਨਾਂ ਵਿੱਚੋਂ y2 ਲੀਡ ਕਰਦਾ ਪਿਆ, y1 ਲੈਗ ਕਰਦਾ ਪਿਆ। ਇਸ ਲਈ ਇੱਥੋਂ ਬੋਲਣਾ ਤਾਂ ਮੈਂ ਕਹੂੰਗਾ y1 ਲੈਗ ਬਿਹਾਈਂਡ ਦਾ y2 by an angle of π/2। ਇਹਦੇ ਵੱਲੋਂ ਬੋਲਣਾ ਤਾਂ ਕਹਿ ਦਾਂਗੇ ਜੀ y2 will lead the y1 by an angle of 90 degree।
ਇਹਦਾ ਮਤਲਬ there is a phase difference of 90 degree between the two oscillating or vibrating particle. क्या गल समझ आई? Yes, sir. Yes, sir. So. ਚਲੋ ਇਹਦੀ ਫੋਟੋ ਕਲਿੱਕ ਨਹੀਂ ਕਰ ਰਿਹਾ ਕਿ ਕਲਿੱਕ ਕਰਾਂ ਇਹਦੀ ਫੋਟੋ ਵੀ ਮੈਨੂੰ ਦੱਸ ਦਿਓ। ਚਲੋ ਇਹ ਸਿਰਫ ਸਮਝਣ ਵਾਲਾ ਹੀ ਕੰਮ ਆ, ਠੀਕ ਹੈ ਜੀ। ਔਰ ਮੇਨ ਬੁੱਕ ਦੇ ਵਿੱਚੋਂ ਪੜਨ ਵਾਲੀਆਂ ਚੀਜ਼ਾਂ ਜਿੱਦਾਂ ਜਿੱਦਾਂ ਦੱਸਦਾ ਪਿਆ, ਠੀਕ ਹੈ। ਹਜੇ ਇਹਨੂੰ ਕੰਟੀਨਿਊ ਕਰਾਂਗੇ। ਕਿਆ ਫੇਜ਼ ਤੇ ਫੇਜ਼ ਡਿਫਰੈਂਸ ਵਾਲੀ ਟਰਮ ਦੇ ਵਿੱਚ ਡਿਫਰੈਂਸ ਕਲੀਅਰ ਆ? Yes, sir. Yes, sir. Yes. ਹਜੇ ਇਸੇ ਗੱਲ ਨੂੰ ਕੰਟੀਨਿਊ ਰੱਖਾਂਗਾ। ਹੁਣ ਅਗਲੀ ਕੰਮ ਸਮਝੋ। ਹੁਣ ਗੱਲ ਕਰਨ ਲੱਗਿਆ ਇਹਦੇ ਗ੍ਰਾਫ ਦੀ, ਠੀਕ ਹੈ ਜੀ। ਅਸੀਂ ਮੈਥਮੈਟਿਕਲੀ ਕੁਝ ਗ੍ਰਾਫ ਪਲਾਟ ਕਰਦੇ, ਇਹ ਸਾਈਨ ਵੇਵ ਦਾ ਗ੍ਰਾਫ ਆ, ਇਹ ਕੌਸ ਵੇਵ ਦਾ ਗ੍ਰਾਫ ਆ। ਉਹ ਗ੍ਰਾਫ ਅਸੀਂ ਕਿੱਦਾਂ ਬਣਾਉਂਦੇ, ਠੀਕ ਹੈ। ਉਹਦੇ ਲਈ ਇਹੀ ਇਕੁਏਸ਼ਨ ਚ ਫੇਰ ਦੁਬਾਰਾ, ਜੇ ਮੈਂ t ਦੀ ਵੈਲਿਊ 0 ਪੁੱਟ ਅਪ ਕਰਾਂ ਤੇ ਇੱਥੇ y ਦੀ ਵੈਲਿਊ ਨੋਟ ਕਰਾਂ, ਆ 0 ਹੋਣ ਕਰਕੇ ਸਾਰੀ ਟਰਮ 0 ਔਰ sin 0 0 ਹੋ ਜਾਣਾ, ਤੇ ਇਹਦਾ ਮਤਲਬ y ਦੀ ਵੈਲਿਊ 0। ਜੇ ਉਸ ਤੋਂ ਬਾਅਦ ਟਾਈਮ ਦੀ ਵੈਲਿਊ ਮੈਂ t/4 ਲਵਾਂ, ਠੀਕ ਹੈ, ਤੇ ਹੁਣੀ ਸੋਲਵ ਕੀਤਾ। ਟਾਈਮ ਦੀ ਵੈਲਿਊ ਜਦੋਂ t/4 ਆਂਦੀ ਆ ਤੇ ਐਂਗਲ ਸਾਈਨ ਦਾ 90 ਡਿਗਰੀ ਬਣ ਜਾਂਦਾ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਆ ਵੈਲਿਊ ਪੁੱਟ ਅਪ ਕਰਾਂਗਾ ਤੇ y ਦੀ ਵੈਲਿਊ ਮੇਰੇ ਕੋਲ a sin π/2, ਇੱਥੇ ਲਿਖਾਂ ਤੇ ਇਦਾਂ ਚਲੋ ਲਿਖ ਦੇਣਾ a sin 0, ਠੀਕ ਹੈ। ਤੇ ਜੇ ਮੈਂ ਟਾਈਮ ਦੀ ਵੈਲਿਊ 2t/4 ਲਵਾਂਗਾ ਤੇ y ਦੀ ਵੈਲਿਊ a sin ਓਮੇਗਾ ਦੀ ਥਾਂ ਤੇ 2π/t ਔਰ ਇਹਦੀ ਥਾਂ ਤੇ 2t/4, ਠੀਕ ਹੈ। ਓਮੇਗਾ ਦੀ ਥਾਂ ਤੇ 2π/t ਤੇ ਸਮਾਲ t ਦੀ ਥਾਂ ਤੇ 2t/4 ਭਰ ਲਓ। ਆ t ਨੂੰ ਇਹਨਾਂ ਸੋਲਵ ਕਰ ਲਓ, ਠੀਕ ਹੈ ਜੀ। 4 ਪੂਰਾ ਇਹਨਾਂ ਕੈਨਸਲ ਹੋ ਗਿਆ, ਵੈਲਿਊ ਆ ਗਈ a sin π। ਤੇ ਹੁਣ ਇਥੋਂ ਇੱਕ ਜਨਰਲਾਈਜ਼ ਮੈਥਡ ਸਮਝ ਲਿਓ। ਜਿੱਦਾਂ ਜਿੱਦਾਂ ਟਾਈਮ ਦੀ ਵੈਲਿਊ 1/4 ਵਧਾਉਂਦੇ ਜਾਓਗੇ, ਐਂਗਲ ਮੇਰਾ 0 ਤੋਂ 90, 90 ਤੋਂ 180, ਮਤਲਬ ਐਂਗਲ π/2 ਵੱਧਦਾ ਜਾਊ। ਇਹਦੇ ਵਿੱਚ ਡਿਫਰੈਂਸ ਲੈਣਾ ਹੋਵੇ ਇਹਨਾਂ ਦੋਨਾਂ ਦੇ ਵਿੱਚ, ਠੀਕ ਹੈ, ਤੇ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ π/2 ਦਾ, ਤੇ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਲੈਣਾ ਹੋਵੇ ਤੇ ਇਹਨਾਂ ਦੋਨਾਂ ਦੇ ਵਿੱਚ ਵੀ ਡਿਫਰੈਂਸ π/2 ਦਾ। ਇਹਦਾ ਮਤਲਬ ਹੈ ਜਿੱਦਾਂ ਜਿੱਦਾਂ ਟਾਈਮ ਦੀ ਵੈਲਿਊ 1/4 ਐਡ ਹੁੰਦੀ ਜਾਏਗੀ ਤੇ ਉਸ ਵੇ ਨਾਲ ਐਂਗਲ ਮੇਰੇ ਕੋਲ π/2 ਵੱਧਦਾ ਜਾਊ। Yes, sir. ਠੀਕ ਹੈ। ਇਹ ਮਤਲਬ ਜਦੋਂ ਟਾਈਮ ਦੀ ਵੈਲਿਊ 0 ਐਂਗਲ 0 ਡਿਗਰੀ, ਜਦੋਂ ਟਾਈਮ ਦੀ ਵੈਲਿਊ t/4 ਐਂਗਲ 90 ਡਿਗਰੀ, ਜਦੋਂ ਟਾਈਮ ਦੀ ਵੈਲਿਊ 2t/4 ਐਂਗਲ 180 ਡਿਗਰੀ, ਜਦੋਂ ਟਾਈਮ ਦੀ ਵੈਲਿਊ 3t/4 ਤੇ ਐਂਗਲ ਦੀ ਵੈਲਿਊ ya sin ਸਿੱਧਾ ਲਿਖ ਦਵਾਂ ਤੇ ਇਹਨੂੰ 270 ਪੜ ਲਾਂਗਾ, ਠੀਕ ਹੈ। ਅਦਰਵਾਈਜ਼ ਪਾਈ ਪਲੱਸ π/2 ਬਣ ਗਿਆ 270। ਤੇ ਜੇ t ਦੀ ਵੈਲਿਊ ਮੈਂ ਐਸ ਐਚ t ਦੇ ਬਰਾਬਰ 4t/4 ਭਰ ਲਵਾਂ ਤੇ y ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ a sin 360 ਡਿਗਰੀ ਆ ਜੂ। ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਇਸੇ ਚੀਜ਼ ਨੂੰ ਇਦਾਂ ਦੱਸ ਰਿਹਾ, ਜਦੋਂ ਟਾਈਮ ਦੀ ਵੈਲਿਊ 0, t/4, 2t/4, 3t/4, 4t/4 ਆ ਹੋਗੇ। ਤੇ ਜੇ ਇਹੀ ਸਾਰੀ ਚੀਜ਼ ਅਸੀਂ ਐਂਗਲ ਦੀ ਫਾਰਮ ਚ ਬੋਲਣੀ ਹੋਵੇ, ਐਂਗਲ 0 ਡਿਗਰੀ, 90 ਡਿਗਰੀ, 180 ਡਿਗਰੀ, 270 ਡਿਗਰੀ ਤੇ 360 ਡਿਗਰੀ। ਆ ਕਲੀਅਰ ਹੈ ਜੀ? Yes, ਹੁਣ ਇਹੀ ਆਪਾਂ ਸਾਈਨ ਚ, ਇਹੀ ਆਪਾਂ cos ਦੇ ਵਿੱਚ ਕਿਤੇ ਵੀ ਇਹ ਵੈਲਿਊ ਲਿਖ ਕੇ ਚੱਲਣੀ ਹੋਵੇ, x = a cos ω t। ਹੁਣ ਜੇ ਮੈਂ ਦੋਨੋਂ ਵਾਰੀ ਆ ਗੱਲ ਇੱਥੋਂ ਸ਼ੁਰੂ ਕਰਾਂ, ਜਦੋਂ ਮੈਂ t ਦੀ ਵੈਲਿਊ 0 ਭਰੂੰਗਾ, y ਦੀ ਵੈਲਿਊ sin 0 ਨਾ ਬਣੀ, cos ਦੀ ਵੈਲਿਊ cos 0 ਨਾ ਬਣੀ, x ਦੀ ਵੈਲਿਊ cos 0 ਨਾ ਬਣੀ। cos 0 1 ਵਾ, ਠੀਕ ਹੈ ਜੀ। ਇਹਦਾ ਮਤਲਬ h t 0 ਭਰਿਆ ਤੇ ਆ ਟਰਮ ਇਹਦੀ ਜਿਹੜੀ ਹੋਏਗੀ, ਇਹਨੂੰ ਇਰੇਜ਼ ਕਰਿਆ ਤੇ ਦੁਬਾਰਾ ਦੱਸਣਾ ਇਸ ਚੀਜ਼ ਨੂੰ। ਹੁਣ ਜੇ ਆਪਾਂ ਇੱਥੋਂ ਚੱਲੀਏ, ਜਦੋਂ t ਦੀ ਵੈਲਿਊ ਆਪਾਂ 0 ਪੁੱਟ ਅਪ ਕਰਾਂਗੇ, ਜੇ ਇਸ ਇਕੁਏਸ਼ਨ ਚ 0 ਪੁੱਟ ਕੀਤੀ ਤੇ y ਦੀ ਵੈਲਿਊ 0 ਆ, ਇਹਦੇ ਵਿੱਚ t 0 ਪੁੱਟ ਕੀਤਾ, ਠੀਕ ਹੈ ਜੀ, ਤੇ x ਦੀ ਵੈਲਿਊ ਮੇਰੇ ਕੋਲ ਜਿਹੜੀ a ਦੇ ਬਰਾਬਰ ਆ ਜਾਊ, ਕਿਉਂਕਿ cos 0 1 ਬਣਨਾ। ਇੰਨਾ ਸਮਝ ਲੱਗਿਆ ਬੇਟਾ? Yes, sir. Yes, sir. t ਦੀ ਵੈਲਿਊ t/4 ਭਰੀ,
एंगल दिमाग च रखो 90 बनना, ठीक है जी। ते इथे 90 दे नाल एंगल sin 90 1 आ जाऊगा ते y दी वैल्यू मेरी a बने जानी। इथे जे मैं t दी वैल्यू t by 4 लवां ते x इक्वल टू a cos 90 बनया ते cos 90 0 हो जांदा, यानी x दी वैल्यू मेरी 0 आ गई। ਹੁਣ ਇਹ ਦੋ ਚੀਜ਼ਾਂ ਨੂੰ ਲੈ ਕੇ ਆਪਾਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇਣ ਲੱਗੇ ਤੇ ਮੈਨੂੰ ਐਸਐਚ ਆ ਮਿਲੇਗਾ ਕਿ ਜਦੋਂ ਇਸ ਸਾਈਡ ਤੇ ਤੁਸੀਂ ਮੰਨ ਲਓ ਟਾਈਮ ਡਿਫਾਈਨ ਕਰ ਰਹੇ ਹੋ ਔਰ ਇਧਰ ਤੁਹਾਡੇ ਕੋਲ ਪਾਰਟੀਕਲ ਦੀ ਪੋਜੀਸ਼ਨ ਦੱਸਦੇ ਪਏ, ਜਦੋਂ t ਦੀ ਵੈਲਿਊ 0 ਆ, ਜਦੋਂ t ਦੀ ਵੈਲਿਊ 0 ਆ, ਇਹਦੇ ਅਕੋਰਡਿੰਗਲੀ ਡਿਸਪਲੇਸਮੈਂਟ ਕਿੰਨੀ? 0 ਯਾਨੀ ਇਹਦੇ ਅਕੋਰਡਿੰਗਲੀ ਗ੍ਰਾਫ ਦੇ ਇੱਥੇ ਪੁਆਇੰਟ ਲੱਗਿਆ, ठीक है जी। ਜਦੋਂ ਇਹਦੇ ਵਿੱਚ t 0 ਆ ਤੇ ਡਿਸਪਲੇਸਮੈਂਟ ਮੈਕਸਿਮਮ ਆ, ਆਪਾਂ ਮੈਕਸਿਮਮ ਡਿਸਪਲੇਸਮੈਂਟ ਦੇ ਆ ਦੋ ਪੁਆਇੰਟ ਦੇ ਦਿੰਨੇ +a ਤੇ -a। ਸਾਡਾ ਇਸ ਵੇਲੇ ਇੱਥੇ cos 0 +1 ਆਇਆ ਵਾ, +1 ਦਾ ਮਤਲਬ x ਦੀ ਵੈਲਿਊ +a ਬਣੀ ਆ। ਇਹਦਾ ਮਤਲਬ ਮੇਰੇ ਕੋਲ ਜਿਹੜੀ ਟਾਈਮ ਦੀ ਵੈਲਿਊ ਜਦੋਂ 0 ਹੋਏਗੀ ਤੇ ਪਾਰਟੀਕਲ ਦੀ ਪੋਜੀਸ਼ਨ ਇੱਥੋਂ ਸ਼ੁਰੂ ਹੋਏਗੀ, ਠੀਕ ਆ? ਇਹਨਾਂ ਕਲੀਅਰ ਆ? yes sir ਹੁਣ ਜਦੋਂ ਟਾਈਮ ਦੀ ਵੈਲਿਊ t by 4 ਹੋਈ 1/4 ਆਫ ਆਸੀਲੇਸ਼ਨ ਜਾਂ ਵਾਈਬ੍ਰੇਸ਼ਨ ਕੰਪਲੀਟ ਹੋਗੀ ਤੇ ਆਹ ਬਾਡੀ ਮੀਨ ਤੋਂ ਐਕਸਟ੍ਰੀਮ ਤੇ ਚੱਲ ਜਾਊਗੀ, ਠੀਕ ਹੈ ਜੀ। ਯਾਨੀ ਇਹਨੇ ਆਪਣੀ ਉਦੋਂ ਮੀਨ ਤੋਂ ਐਕਸਟ੍ਰੀਮ ਪੋਜੀਸ਼ਨ ਤੇ ਆ ਜਾਣਾ ਤੇ ਆਹ ਕਹਿੰਦਾ ਜੀ ਜਦੋਂ ਟਾਈਮ ਦੀ ਵੈਲਿਊ 1/4 ਹੋਏਗੀ ਇਹ ਮੀਨ ਤੇ ਲੱਭੂ। ਇਹਦਾ ਮਤਲਬ ਇਧਰੋਂ ਟਾਈਮ ਵੱਧ ਕੇ t by 4 ਤੇ ਜਾਏਗਾ, ਇਧਰੋਂ ਪੋਜੀਸ਼ਨ ਥੱਲੇ ਆ ਕੇ ਕਹਿੰਦਾ ਜੀ 0 ਤੇ ਆਊਗੀ। ਇਹਦਾ ਮਤਲਬ ਇਹਦੀ ਪੋਜੀਸ਼ਨ ਇੱਥੋਂ 0 ਵੱਲੋਂ ਆ ਜਾਊ। जे टाइम दी वैल्यू नेक्स्ट लाइन च मैं 2t by 4 भरा ते 2t by 4 वेले एंगल 90 होर प्लस कर लो ते y दी वैल्यू a sin 2 pi by t into 2t by 4, ठीक है। आ सारा सॉल्व कर लवा ते हुणी कह के हटे आपां आ 4 इना कैंसल t ना t ये sin पाई बन गया। ਇਹਦਾ मतलब हो गया आ सॉल्व करके वैल्यू sin पाई sin 180 sin 180 0 ਹੁੰਦਾ, ਇਹ ਮੈਂ ਡਿਸਪਲੇਸਮੈਂਟ ਦੀ ਵੈਲਿਊ ਫੇਰ 0 ਆ ਜੂ। ਇਹਦਾ ਮਤਲਬ ਹੈ ਕਿ ਜਦੋਂ ਟਾਈਮ ਹੋਰ t by 4 ਵਧਣਾ ਵਾ ਤੇ ਡਿਸਪਲੇਸਮੈਂਟ ਦੀ ਵੈਲਿਊ ਮੇਰੀ 0 ਤੇ ਆ ਜਾਣੀ, ਠੀਕ ਹੈ। ਇਸੇ ਚੀਜ਼ ਨਾਲ ਇੱਥੇ ਚੱਲਾਂ, ਜਦੋਂ ਟਾਈਮ ਦੀ ਵੈਲਿਊ ਮੇਰੇ ਕੋਲ ਇਹਦੇ ਵਿੱਚ ਵੀ t by 2 ਬਣੂਗੀ ਅਗਲੀ ਵੈਲਿਊ ਤੇ ਇੱਥੇ ਮੇਰੇ ਕੋਲ ਜਿਹੜਾ cos ਕਹਿੰਦਾ ਜੀ ਪਾਈ ਬਣ ਜਾਣਾ, cos 180 ਦਾ ਮਤਲਬ -1। ਇਹਦੇ ਨਾਲ ਡਿਸਪਲੇਸਮੈਂਟ ਦੀ ਵੈਲਿਊ ਮੇਰੀ ਜਿਹੜੀ ਹੋਏਗੀ ਇਧਰੋਂ ਟਾਈਮ ਵੱਧ ਕੇ ਕਹਿੰਦਾ ਜੀ t by 2 ਤੇ ਪਹੁੰਚ ਗਿਆ, ਆ ਟਾਈਮ 0, ਇੱਥੇ ਤੱਕ ਦਾ ਟਾਈਮ t by 4, ਇੱਥੇ ਤੱਕ ਦਾ ਟਾਈਮ 2t by 4 ਤੇ ਬਾਡੀ ਦੀ ਡਿਸਪਲੇਸਮੈਂਟ ਜਿਹੜੀ ਆ ਉਹ ਮੇਰੇ ਕੋਲ ਮੈਕਸਿਮਮ ਹੋਗੀ ਨੈਗੇਟਿਵ ਦੇ ਅੰਦਰ। क्या आ ग्राफ समय लगदा पिया? Yes, sir. क्या आ दो ग्राफ साइन वेव दा ग्राफ जेड़ा बनदा पिया साइन इक्वेशन दा ते कॉस इक्वेशन दा जेड़ा ग्राफ बन रहा, क्या सारियां नु ये चीज समय लगदी पई? yes sir Yes. चल हुन जे इसे चीज Yes, sir. च लेके चलिए ना, इसे नु कंप्लीट करिए ते अग्गेओं ग्राफ आ बन जाना ਤੇ ਇਹਦੇ ਵਿੱਚ ਗ੍ਰਾਫ ਜਦੋਂ ਕੰਪਲੀਟ ਕਰਾਂਗੇ ਉਹ ਗ੍ਰਾਫ ਮੇਰੇ ਕੋਲ ਕੁਝ ਇਸ ਵੇ ਨਾ ਜਾਣ। ਇਹਦਾ ਮਤਲਬ ਜਦੋਂ cos ਦਾ ਗ੍ਰਾਫ ਬੰਨਾ, ਠੀਕ ਹੈ, cos ਦਾ ਗ੍ਰਾਫ ਹਮੇਸ਼ਾ ਐਕਸਟ੍ਰੀਮ ਪੋਜੀਸ਼ਨ ਤੋਂ ਸ਼ੁਰੂ ਹੋਏਗਾ। ਉਹ ਪੋਜ਼ਿਟਿਵ ਐਕਸਟ੍ਰੀਮ ਤੋਂ ਹੋਣਾ ਕਿ ਨੈਗੇਟਿਵ ਤੋਂ, ਉਹ ਇੱਥੇ ਡਿਪੈਂਡ ਕਰੂ +a cos omega t ਆ ਕਿ -a cos omega t ਆ। ਇਦਾਂ ਹੀ ਜਿਹੜਾ ਆ ਗ੍ਰਾਫ ਆ ਇਹ ਮੇਰੇ ਕੋਲ ਪੋਜ਼ਿਟਿਵ ਸਾਈਡ ਵੱਲ ਨੂੰ ਜਾ ਕੇ ਬੰਨਾ ਜਾਂ ਆ ਗ੍ਰਾਫ ਮੇਰਾ ਕੁਝ ਇਸ ਵੇ ਨਾ ਬੰਨਾ, ਠੀਕ ਹੈ। ਇਹਦੇ ਵਿੱਚ ਦੂਜਾ ਗ੍ਰਾਫ ਜਿਹੜਾ ਕੁਝ ਇਸ ਵੇ ਨਾ ਬਣ ਜਾਏਗਾ। ਸੋ ਗ੍ਰਾਫ ਨੈਗੇਟਿਵ ਐਕਸਟ੍ਰੀਮ ਤੋਂ ਸ਼ੁਰੂ ਕਰਾਂ ਕਿ ਪੋਜ਼ਿਟਿਵ ਐਕਸਟ੍ਰੀਮ ਤੋਂ, ਇਹ cos ਦੇ ਗ੍ਰਾਫ ਆ, ਉਹ ਇੱਥੇ ਡਿਪੈਂਡ ਕਰੂ +a ਨਾਲ ਇਕੁਏਸ਼ਨ ਆ ਕਿ -a ਨਾਲ। ਇਦਾਂ ਜੇ ਇੱਥੇ +a ਜਾਂ -a ਨਾਲ ਤੇ ਗ੍ਰਾਫ ਆ ਪੋਜ਼ਿਟਿਵ ਸਾਈਡ ਵਾਲਾ ਜਾਂ ਨੈਗੇਟਿਵ ਸਾਈਡ ਵਾਲਾ। ਪਰ ਆ ਦੋਨੋਂ ਸਾਈਨ ਵੇਵ ਦੇ ਗ੍ਰਾਫ ਆ ਦੋਨੋਂ ਮੇਰੇ cos ਵੇਵ ਦੇ ਗ੍ਰਾਫ ਆ। ਕਿ ਇੰਨੀ ਗੱਲ ਸਮਝ ਲੱਗ ਰਹੀ? yes sir ਇਹਨਾਂ ਸਾਰਿਆਂ ਨੂੰ ਸਮਝ ਲੱਗਿਆ ਜੀ? Yes, sir. yes sir ਕੋਈ ਇਹ ਚ ਡਾਊਟ ਹੈ ਤੇ ਉਹ ਇੱਕ ਵਾਰੀ ਪੁੱਛੋ, ਠੀਕ ਹੈ। ਜੇ ਇਹਨਾਂ ਕਲੀਅਰ ਤਾਂ ਮੈਨੂੰ ਦੱਸੋ।